ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਭਰ ਦੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ। ਜਿਹੜੇ ਚਿਹਰੇ ਉਤਾਰੇ ਆ ਰਾਜ ਸਭਾ ਦੇ ਵਾਸਤੇ ਉਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਆ ਉਹ ਹੋਣ ਲੱਗ ਪਿਆ ਆ ਕਿ ਆ ਨਹੀਂ ਸੀ ਚਾਹੀਦਾ, ਆ ਚਾਹੀਦਾ ਸੀ। ਰਾਜ ਸਭਾ ਦੇ ਵਿੱਚ ਆਪਣੀ ਜੇ ਗੱਲ ਤੁਸੀਂ ਕਰ ਨਹੀਂ ਸਕਦੇ ਜਾ ਕੇ ਤੇ ਫਿਰ ਜਾਣ ਦਾ ਕੋਈ ਫਾਇਦਾ ਨਹੀਂ ਜੀ। ਵੈਸੇ ਜੇ ਗੱਲ ਕਰੀਏ ਭੁੰਦੜ ਨੇ ਤੇ ਢੀਂਡਸੇ ਨੇ ਕਿੰਨੇ ਕੁ ਜਾ ਕੇ ਮੁੱਦੇ ਠਾਏ ਉੱਥੇ। ਇਸੇ ਕਰਕੇ ਜੇ ਦੋ ਬੰਦੇ ਬਾਹਰੋਂ ਲੈ ਵੀ ਲਿਆ 40% ਬਾਹਰੋਂ ਲੈ ਵੀ ਲਏ ਤੇ ਮੈਂ ਸੋਚਦਾ ਕਿ ਕੋਈ ਤੇ ਬਾਕੀ ਇਹ ਆ ਵੀ ਇਹਨਾਂ ਨੂੰ ਚਾਹੀਦਾ ਵੀ ਪੰਜਾਬ ਦੇ ਮੁੱਦੇ ਠੁਣ ਜਾ ਕੇ ਜੇ ਪੰਜਾਬ 'ਚੋਂ ਗਏ ਤੇ ਪੰਜਾਬ ਦੀ ਗੱਲ। ਉਹਨਾਂ ਨੇ ਕਿਹਾ ਭਗਵੰਤ ਮਾਨ ਨੇ ਪਹਿਲੋਂ ਜਦੋਂ ਸੱਤਾ 'ਚ ਨਹੀਂ ਸੀ ਆਏ ਤਾਂ ਕਹਿੰਦੇ ਅਸੀਂ ਹੁੰਦੇ ਤਾਂ ਅਸੀਂ ਬੀਬੀ ਖਾਲੜਾ ਨੂੰ ਜਿਹੜਾ ਆ ਉਹ ਰਾਜ ਸਭਾ ਵਾਸਤੇ ਭੇਜਦੇ। ਇਵੇਂ ਦੀਆਂ ਗੱਲਾਂ ਜਿਹੜੀਆਂ ਉਹ ਉਸ ਨੂੰ ਲੈ ਕੇ ਜ਼ਿਆਦਾਤਰ ਨਾਰਾਜ਼ਗੀ। ਬੀਬੀ ਖਾਲੜਾ ਦੀ ਤੁਸੀਂ ਗੱਲ ਕਰਦੇ ਉਹਨਾਂ ਨੇ ਆਪਣੀ ਪਾਰਟੀ ਦਾ ਉਹ ਵਰਕਰ ਲੈਣਾ ਜਿਹੜਾ ਉਹਨਾਂ ਦਾ ਵਰਕਰ ਰਿਹਾ ਵਾ, ਉਹਨਾਂ ਦਾ ਆਗੂ ਰਿਹਾ ਜਿਹੜਾ ਪਾਰਟੀ ਨੂੰ ਸਮਰਪਿਤ ਉਹਨਾਂ ਨੇ ਉਹ ਲੈਣਾ। ਇਸ ਕਰਕੇ ਬਾਹਰੋਂ ਲੈਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅੰਬਿਕਾ ਸੋਨੀ ਦੀ ਪੰਜਾਬ ਨੂੰ ਕੀ ਦੇਣਾ ਜੀ? ਉਹ ਪਿਛਲੇ 30 ਸਾਲਾਂ ਦੇ ਲਈ ਉੱਥੇ ਰਾਜ ਸਭਾ 'ਚ ਬੈਠੀ ਕਦੀ। ਪਰ ਪੱਟੀ ਸਾਹਿਬ ਸਵਾਲ ਇਸ ਚੀਜ਼ ਦੇ ਉੱਤੇ ਖੜਾ ਹੁੰਦਾ ਆ ਕਿ ਆਮ ਆਦਮੀ ਦੀ ਸਰਕਾਰ ਕਹੀ ਜਾਂਦੀ, ਆਮ ਲੋਕਾਂ ਦੀ ਸਰਕਾਰ ਕਹੀ ਜਾਂਦੀ ਹੈ, ਫਿਰ ਆਮ ਲੋਕਾਂ ਦੇ ਵਿੱਚੋਂ ਦੇਖ ਲੈਂਦੇ ਕਿਸੇ ਨਾ ਕਿਸੇ ਨੂੰ ਚਿਹਰੇ ਦੇ ਤੌਰ ਦੇ ਉੱਤੇ ਚੁਣਿਆ ਜਾ ਸਕਦਾ ਸੀਗਾ। ਉਹ ਮੈਂ ਸੋਚਦਾ ਕਲਕੱਤੇ ਨੂੰ ਲੈ ਸਕਦੇ ਸੀ ਕਿਉਂਕਿ ਸਾਡੀ ਇਹ ਕੋਈ ਬੰਦਸ਼ ਨਹੀਂ ਕੋਈ ਹੈਗੀ ਰਾਜ ਸਭਾ ਦੇ ਪੇਪਰ ਲੈਣ ਦੀ ਜਿਹੜੀ ਹੈ ਜੀ ਵੀ ਤੁਸੀਂ ਕਿੱਥੋਂ ਲੈ ਰਹੇ ਹੋ ਕਿੱਥੋਂ ਨਹੀਂ ਲੈ ਰਹੇ। ਵੋਟਾਂ ਦੇ ਕਾਮਯਾਬ ਹੋਣਾ ਵਾ ਜਾਂ ਤੇ ਕਨਸਟੀਟਿਊਸ਼ਨ ਦੇ ਵਿੱਚ ਹੋਵੇ ਵੀ ਨਹੀਂ ਜੀ ਉਸੇ ਸਟੇਟ ਦਾ ਬੰਦਾ ਹੋਣਾ ਚਾਹੀਦਾ, ਫਿਰ ਗੱਲ ਬਣ ਜਾਂਦੀ ਹੈ ਜੀ। ਜਦੋਂ ਸਾਡੇ ਕਨਸਟੀਟਿਊਸ਼ਨ ਇਹ ਆਜ਼ਾਦ ਨਹੀਂ ਦਿੰਦਾ ਫਿਰ ਕਿਹੜੀ ਗੱਲ ਆ। ਉਹਨਾਂ ਲੈ ਲਿਆ, ਮੈਂ ਤੁਹਾਡੀ ਗੱਲ ਨਾਲ ਸਹਿਮਤ। ਪੰਜਾਬ 'ਚ ਲੈ ਜਾਂਦੇ ਚੰਗੀ ਗੱਲ ਹੁੰਦੀ ਜੀ, ਬਾਹਰੋਂ ਕੋ ਲੈ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਭਰ ਦੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਤੇ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕੀ ਕੰਮਕਾਜ ਕਰ ਰਹੀ ਹੈ ਤੇ ਅੱਜ ਖਾਸ ਤੌਰ ਦੇ ਉੱਤੇ ਰਾਜ ਸਭਾ ਦੇ ਵਾਸਤੇ ਜਿਹੜੇ ਚਿਹਰੇ ਆਮ ਆਦਮੀ ਪਾਰਟੀ ਨੇ ਨੋਮੀਨੇਟ ਕੀਤੇ ਨੇ ਉਹਨਾਂ ਦੇ ਉੱਤੇ ਵੀ ਚਰਚਾ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਪੱਟੀ ਸਾਹਿਬ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਸਾਥ ਦੇਣਗੇ ਸਾਡਾ। ਸੋ ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਚਰਚਾ ਜਿਹੜੀ ਛਿੜ ਗਈ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਚਿਹਰੇ ਉਤਾਰੇ ਆ ਰਾਜ ਸਭਾ ਦੇ ਵਾਸਤੇ ਉਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਆ ਉਹ ਹੋਣ ਲੱਗ ਪਿਆ ਆ ਕਿ ਆ ਨਹੀਂ ਸੀ ਚਾਹੀਦਾ, ਆ ਚਾਹੀਦਾ ਸੀ। ਦੋ ਚਿਹਰਿਆਂ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਜਿਹੜੇ ਆ ਉਹ ਸੰਬੰਧ ਰੱਖਦੇ ਨੇ ਤੇ ਤੁਹਾਡੀ ਕੀ ਰਾਏ ਹੈਗੀ ਆ ਇਹਦੇ ਉੱਤੇ? ਤੇ ਨਾਲ ਆਮ ਆਦਮੀ ਪਾਰਟੀ ਨੇ ਇਹ ਸਹੀ ਫੈਸਲਾ ਲਿਆ ਆ ਕਿਉਂਕਿ ਇਹਦੇ ਉੱਤੇ ਵਿਰੋਧੀਆਂ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਕੁਝ ਲੋਕ ਵੀ ਲਾਈਵ ਹੋ ਕੇ ਜਿਹੜੀ ਆ ਇਸ ਚੀਜ਼ ਦੇ ਉੱਤੇ ਇਤਰਾਜ਼ ਜਤਾ ਰਹੇ ਆ। ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਵੀ ਰਾਜ ਸਭਾ ਅਸੀਂ ਕਹਿੰਦੇ ਕਿਹਨੂੰ ਆ ਤੇ ਇਹਦੀ ਚੋਣ ਕਿਵੇਂ ਹੁੰਦੀ ਜੀ। ਰਾਜ ਸਭਾ ਸਾਡਾ ਇੱਕ ਐਲਡਰ ਹਾਊਸ ਜੀ, ਜਿਹੜੇ ਵੱਡਿਆਂ ਦਾ ਬਜ਼ੁਰਗਾਂ ਦਾ ਹਾਊਸ ਹੁੰਦਾ ਜਿੱਥੇ ਨੋਮੀਨੇਸ਼ਨ ਵਗੈਰਾ ਤੇ ਜਿਹੜੇ ਐਮਐਲਏ ਕਰਦੇ ਐਮਐਲਏ ਜਿਹੜੇ ਉਹ ਚੋਣ ਕਰਦੇ ਉਹਨਾਂ ਦੀ। ਹਾਂਜੀ, ਸਿੱਧੀ ਡਾਇਰੈਕਟ ਚੋਣ ਨਹੀਂ ਹੁੰਦੀ ਲੋਕ ਸਭਾ ਵਾਂਗ ਜੀ ਜੀ। ਦੂਸਰੀ ਜੀ ਜਦੋਂ ਇੱਥੇ ਚੋਣ ਦੀ ਜਿਵੇਂ ਹੁਣ 5 ਉਮੀਦਵਾਰਾਂ ਦੀ ਚੋਣ ਹੋਣੀ ਹੈ ਜੀ, 2 ਦੀ ਜਾ ਕੇ ਕੋਈ ਪੰਜਾਬ ਦੇ 7 ਰਾਜ ਸਭਾ ਮੈਂਬਰ ਜਾਣੇ ਆ, 2 ਦੀ ਚੋਣ ਜਾ ਕੇ ਫਿਰ ਜੂਨ ਜੁਲਾਈ 'ਚ ਹੋਣੀ ਜੀ। ਉਹਨਾਂ ਦੀ ਟੈਨਿਓਰ ਉਦੋਂ ਖਤਮ ਹੋ ਰਹੀ ਹੈ। ਇਹਦੇ ਵਿੱਚ ਜਿਹੜੇ 5 ਜਾਣੇ ਆ, 5 ਦੇ ਵਿੱਚ ਕੀ ਹੁੰਦਾ ਵੀ 117 ਸਾਡੇ ਮੈਂਬਰ ਨੇ ਜੀ ਜਿਹੜੇ ਵਿਧਾਨ ਸਭਾ ਦੇ। 117 ਨੂੰ 100 ਨਾਲ ਗੁਣਾ ਕਰ ਦਿਓ ਤੇ ਇਹ 11,700 ਬਣ ਜਾਂਦਾ ਜੀ। ਜਿੰਨੇ ਮੈਂਬਰ ਹੁੰਦੇ ਆ, ਜਿੰਨੇ ਮੈਂਬਰ ਚੁਣੇ ਜਾਣੇ ਆ ਜੀ, ਉਹਨਾਂ 'ਚ +1 ਕਰ ਲਈਦਾ ਜੀ, 6 ਹੋ ਗਏ ਜੀ। 6 ਨੂੰ ਡਿਵਾਈਡ ਕਰ ਦਿਓ ਜੀ। ਜਦੋਂ ਡਿਵਾਈਡ ਕਰੋਗੇ ਤੇ ਉਹ 1950 ਥੱਲੇ ਆਊਗਾ। 1950 ਦੇ 100 ਤੇ ਫਿਰ ਡਿਵਾਈਡ ਕਰ ਦਿਓ ਤੇ 19.50 ਮਤਲਬ ਘੱਟੋ ਘੱਟ 19.5 ਜਿਹੜੇ ਬੰਦੇ ਇਹਦੇ ਵਿੱਚ ਮੈਂਬਰ ਚਾਹੀਦੇ ਆ ਜੀ ਜੀ। ਤੇ ਕਿਸੇ ਵੀ ਪਾਰਟੀ ਕੋਲ ਨਹੀਂ ਹੈਗੇ, 18 ਮੈਂਬਰ ਹੈਗੇ ਉਹਨਾਂ ਕੋਲ। ਜੇ ਕਿਤੇ ਉਹਨਾਂ ਕੋਈ ਇੱਕ ਦਾ ਮੈਂਬਰ ਹੋਰ ਹੁੰਦਾ ਕਾਂਗਰਸ ਕੋਲੇ ਫਿਰ ਉਹਨਾਂ ਦਾ 1 ਮੈਂਬਰ ਜਾ ਸਕਦਾ ਸੀਗਾ ਜੀ। ਲੇਕਿਨ ਉਹਨਾਂ ਦੇ 18 ਮੈਂਬਰ, ਉਹਨਾਂ ਨੂੰ 2 ਮੈਂਬਰ ਘੱਟੋ ਘੱਟ ਚਾਹੀਦੇ ਸੀ ਜਿਹਦੇ ਕਰਕੇ ਉਹਨਾਂ ਅਪਲਾਈ ਨਹੀਂ ਕੀਤਾ ਹਾਲੀ ਘੜੀ। ਜਿਹੜੀ ਗੱਲ ਆਪਣੀ ਆਮ ਆਦਮੀ ਪਾਰਟੀ ਦੀ ਜੀ, ਆਮ ਆਦਮੀ ਪਾਰਟੀ ਨੇ ਜਿਹੜਾ ਰੌਲਾ ਪਾਇਆ ਜਾ ਰਿਹਾ ਵੀ ਰਾਘਵ ਚੱਡਾ ਦਿੱਲੀ ਦੇ ਨੇ ਜੀ, ਸੰਦੀਪ ਪਾਠਕ ਜੱਦੀ ਦੇ ਨੇ ਜੀ। ਰਾਘਵ ਚੱਡਾ ਜਿਹੜੇ ਉਹ ਦਿੱਲੀ ਤੋਂ ਜਿਹੜੇ ਉਹ ਵਿਧਾਨ ਸਭਾ ਮੈਂਬਰ ਵੀ ਨੇ ਤੇ ਨਾਲ ਜਿਹੜੇ ਹੈਗੇ ਉਹਨਾਂ ਦਾ ਇੱਕ ਚੇਅਰਮੈਨ ਨੇ ਜਲ ਸਪਲਾਈ ਬੋਰਡ ਦੇ ਜੀ, ਉਪ ਚੇਅਰਮੈਨ ਨੇ ਉਹ।
ਤੇ ਪੰਜਾਬ ਦੇ ਵਿੱਚ ਸਹਿ ਪ੍ਰਭਾਰੀ ਲਾਏ ਸੀ, ਉਹਨਾਂ ਨੇ ਸਹਿ ਇੰਚਾਰਜ ਲਾਏ ਸੀ ਪੰਜਾਬ ਦੇ ਵਿੱਚ ਜੀ। ਲੇਕਿਨ ਉਹ ਇੰਚਾਰਜ ਨੂੰ ਵੱਧ ਭੂਮਿਕਾ ਨਿਭਾਉਂਦੇ ਰਹੇ ਇੱਥੇ। ਉਹਨਾਂ ਰਣਨੀਤੀ ਕਾਫੀ ਬਣਾਈ ਸੀਗੀ ਜੀ। ਜਿਹੜੇ ਦੂਸਰੇ ਸੰਦੀਪ ਪਾਠਕ ਨੇ ਜੀ। ਉਹ ਆਈਆਈਟੀ ਦੇ ਪ੍ਰੋਫੈਸਰ ਨੇ, ਜੀ। ਆਮ ਆਦਮੀ ਪਾਰਟੀ ਦੇ ਰਣਨੀਤੀਕਾਰ ਨੇ ਜੀ। ਉਹਨਾਂ ਨੇ ਉਹਨਾਂ ਨੂੰ ਐਡਜਸਟ ਕੀਤਾ ਵਾ। ਤੀਸਰੇ ਤੇ ਅਸ਼ੋਕ ਮਿੱਤਲ ਜੀ। ਲਵਲੀ ਯੂਨੀਵਰਸਿਟੀ ਦੇ ਜਿਹੜੇ ਸੰਪਾਦਕ ਨੇ, ਸੰਸਥਾਪਕ ਨੇ, ਜੀ। ਜਿਹੜੇ ਫਾਊਂਡਰ ਨੇ, ਜੀ। ਉਹ ਲਾਏ ਨੇ। ਚੌਥੇ ਸਾਡੇ ਲਾਏ ਨੇ ਭੱਜੀ ਹੋਰੀ ਜੀ, ਜਿਹੜੇ ਸਾਡੇ ਕ੍ਰਿਕਟਰ ਨੇ ਜੀ। ਜੀ। ਇੱਕ ਹੋਰ ਲਾਏ ਨੇ ਸਾਡੇ ਲੁਧਿਆਣਾ ਤੋਂ, ਜੀ। ਇਹ ਸੰਜੀਵ ਅਰੋੜਾ ਨੇ। ਜੀ। ਇਹ ਕੈਂਸਰ ਹਸਪੀਟਲ ਚਲਾਉਂਦੇ ਲੁਧਿਆਣੇ ਦੇ ਵਿੱਚ। ਜੀ। ਇਹ 5 ਬੰਦੇ ਜਿਹੜੇ ਉਹਨਾਂ ਦੀ ਚੋਣ ਕੀਤੀ ਹੈ, ਜਿਹਦੇ ਵਿੱਚੋਂ ਇਹ ਰੌਲਾ ਪਾਇਆ ਜਾ ਰਿਹਾ ਵੀ 2 ਬਾਹਰ ਦੇ ਕੋ ਕੀਤੀ ਹੈ। ਪਹਿਲਾਂ ਤੇ ਜੇ ਰੌਲਾ ਪਾਉਣ ਵਾਲਿਆਂ ਨੂੰ ਇਹ ਪੁੱਛਿਆ ਜਾਵੇ ਜੀ, ਅਕਾਲੀ ਦਲ ਤੋਂ ਚੁੱਪ ਆ, ਉਹਨੇ ਰੌਲਾ ਪਾਉਣਾ ਹੀ ਨਹੀਂ। ਜੇ ਪਾਓਗੇ ਦੱਸੋ ਜੀ ਨਰੇਸ਼ ਗੁਜਰਾਲ ਕੀ ਪੰਜਾਬ 'ਚ ਰਹਿੰਦੇ ਨੇ? ਜੇ ਉਹ ਪੰਜਾਬ 'ਚ ਰਹਿੰਦੇ ਤੇ ਫਿਰ ਠੀਕ ਆ ਜੀ। ਜੇ ਨਹੀਂ ਰਹਿੰਦੇ ਤੇ ਫਿਰ ਤੁਸੀਂ ਕੋ ਚੋਣ ਕੀਤੀ ਸੀ। ਤੇ ਕਾਂਗਰਸ ਵਾਲੇ ਇਹ ਦੱਸਣ ਦੀ ਕਿਰਪਾਲਤਾ ਕਰ ਸਕਦੇ ਆ ਜੀ ਵੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਸੀ, ਇਹਨਾਂ ਨੂੰ ਜਾ ਕੇ ਅਸਾਮ 'ਚ ਨੋਮੀਨੇਟ ਕੀਤਾ ਗਿਆ ਸੀ। ਜੀ। ਉਦੋਂ ਕਿਉਂ ਕੀਤਾ ਗਿਆ? ਉਦੋਂ ਅਸਾਮ ਵਾਲੇ ਦਾ ਹੱਕ ਨਹੀਂ ਖਾਧਾ ਗਿਆ। ਜੀ। ਇਸ ਕਰਕੇ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਲੇਕਿਨ ਇਹ ਆ ਵੀ ਜੇ ਲੋਕਲ ਲੈ ਜਾਣ ਤੇ ਲੋਕਲ ਮੁੱਦੇ ਉਠਾਏ ਜਾਂਦੇ ਆ। ਜੀ। ਰਾਜ ਸਭਾ ਦੇ ਵਿੱਚ ਆਪਣੀ ਜੇ ਗੱਲ ਤੁਸੀਂ ਕਰ ਨਹੀਂ ਸਕਦੇ ਜਾ ਕੇ ਤੇ ਫਿਰ ਜਾਣ ਦਾ ਕੋਈ ਫਾਇਦਾ ਨਹੀਂ। ਜੀ। ਵੈਸੇ ਜੇ ਗੱਲ ਕਰੀਏ ਭੂੰਦੜ ਨੇ ਤੇ ਢੀਂਡਸੇ ਨੇ ਕਿੰਨੇ ਕੁ ਜਾ ਕੇ ਮੁੱਦੇ ਉਠਾਏ ਉੱਥੇ, ਇਹ ਦੱਸਣ ਸਹੀ ਜਾ ਕੇ। ਜੀ। ਨਰੇਸ਼ ਗੁਜਰਾਲ ਨੇ ਕਿੰਨੇ ਕੁ ਮੁੱਦੇ ਉਠਾਏ ਉੱਥੇ ਜਾ ਕੇ। ਇਸ ਕਰਕੇ ਇਹ ਤਾਂ ਸਿਰਫ ਮੈਂ ਸੋਚਦਾ ਵੀ ਜਿਹੜੀ ਅਹੁਦਾ ਨਾ ਜੀ, ਇਹ ਸੀਟ ਜਿਹੜੀ ਆ ਇਹ ਮੋਬਿਲਾਈਜ਼ ਕਰਨ ਵਾਸਤੇ। ਜੀ। ਤੁਹਾਨੂੰ ਪਤਾ ਹੋਵੇਗਾ ਧਰਮਵੀਰ ਗਾਂਧੀ ਜਦੋਂ ਲੋਕ ਸਭਾ 'ਚ ਗਏ ਨੇ, ਜੀ, ਆਮ ਆਦਮੀ ਪਾਰਟੀ ਜਿੱਤ ਕੇ ਗਏ ਨੇ, ਤੇ ਉਹਨਾਂ ਨੂੰ ਉਹਨਾਂ ਦਾ ਭਾਸ਼ਣ ਲਿਖ ਕੇ ਦਿੱਤਾ ਗਿਆ ਜਿਹਦੇ ਵਿੱਚ ਦਿੱਲੀ ਬਾਰੇ ਸਭ ਕੁਝ ਲਿਖਿਆ ਗਿਆ ਸੀਗਾ। ਤੇ ਉਹਨਾਂ ਨੇ ਇੰਨੀ ਗੱਲ ਕਹਿਤੀ ਸੀ, ਮੈਨੂੰ ਤੁਹਾਡੇ ਭਾਸ਼ਣ ਦੀ ਲੋੜ ਨਹੀਂ, ਮੈਂ ਆਪ ਭਾਸ਼ਣ ਲਿਖਣਾ ਵੀ ਜਾਣਦਾ ਤੇ ਬੋਲਣਾ ਵੀ ਜਾਣਦਾ। ਜੀ। ਮੈਂ ਨੁਮਾਇੰਦਗੀ ਪੰਜਾਬ ਦੀ ਕਰ ਰਿਹਾ ਵਾਂ। ਜੀ। ਇਸ ਕਰਕੇ ਮੈਂ ਪੰਜਾਬ ਦੀ ਗੱਲ ਕਰੂ, ਮੈਂ ਤੁਹਾਡਾ ਲਿਖਿਆ ਹੋਇਆ ਭਾਸ਼ਣ ਨਹੀਂ ਪੜੂੰਗਾ। ਜੀ। ਤੇ ਡਿਕਟੇਟਰ ਨੇ ਕੇਜਰੀਵਾਲ ਸਾਹਿਬ ਨਹੀਂ ਬਣੀ, ਉਹ ਬਾਹਰ ਹੋ ਗਏ ਉੱਥੋਂ। ਜੀ। ਇਸੇ ਕਰਕੇ ਜੇ 2 ਬੰਦੇ ਬਾਹਰੋਂ ਲੈ ਵੀ ਲਿਆ, 40% ਬਾਹਰੋਂ ਲੈ ਵੀ ਲਏ, ਤੇ ਮੈਂ ਸੋਚਦਾ ਕਿ ਐਡੀ ਕੋਈ ਪਹਿਲਾਂ ਨਹੀਂ ਕਿਸੇ ਲਾਏ, ਪਹਿਲਾਂ ਵੀ ਸਾਰੇ ਲਾਇਆ, ਪਹਿਲੀ ਵਾਰੀ ਨਹੀਂ ਕਿਸੇ ਨੇ ਪਹਿਲੀ ਕਾਰਵਾਈ ਕੀਤੀ। ਇਸ ਕਰਕੇ ਲੈ ਲੈ ਕੋਈ ਵੱਡੀ ਗੱਲ ਨਹੀਂ। ਜੀ। ਤੇ ਬਾਕੀ ਇਹ ਆ ਵੀ ਇਹਨਾਂ ਨੂੰ ਚਾਹੀਦਾ ਵੀ ਪੰਜਾਬ ਦੇ ਮੁੱਦੇ ਠੁਣ ਜਾ ਕੇ ਜੇ ਪੰਜਾਬ 'ਚੋਂ ਗਏ ਤੇ ਪੰਜਾਬ ਦੀ ਗੱਲ। ਪਰ ਪੱਟੀ ਸਾਹਿਬ ਗੱਲ ਇਹ ਉੱਠਦੀ ਆ ਕਿ ਚਲੋ ਉਹਨਾਂ ਨੇ ਲਾ ਦਿੱਤੇ, ਪਰ ਗੱਲ ਇਹ ਉੱਠਦੀ ਆ ਕਿ ਕੀ ਪੰਜਾਬ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਨਹੀਂ ਸਿਆਣੇ ਹੈਗੇ ਜਿਨ੍ਹਾਂ ਨੂੰ ਲਾਇਆ ਜਾ ਸਕਦਾ ਸੀਗਾ? ਬਹੁਤ ਸੰਜੀਦਾ ਲੋਕ ਜਿਹੜੇ ਆ ਉਹ ਹੈਗੇ ਆ, ਬਹੁਤ ਕੁਰਬਾਨੀ ਵਾਲੇ ਪਰਿਵਾਰ ਜਿਹੜੇ ਆ ਉਹ ਹੈਗੇ ਆ। ਜਿਵੇਂ ਬੀਬੀ ਖਾਲੜਾ ਦਾ ਜ਼ਿਕਰ ਅੱਜ ਸਾਰੇ ਟੀਵੀ ਚੈਨਲਾਂ 'ਤੇ ਸਵੇਰੇ ਚੱਲ ਰਿਹਾ ਸੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਇਹ ਗੱਲ ਕਹੀ ਸੀ। ਉਹਨਾਂ ਨੇ ਕਿਹਾ ਭਗਵੰਤ ਮਾਨ ਨੇ ਪਹਿਲੋਂ ਜਦੋਂ ਸੱਤਾ 'ਚ ਨਹੀਂ ਸੀ ਆਏ ਤਾਂ ਕਹਿੰਦੇ ਅਸੀਂ ਹੁੰਦੇ ਤਾਂ ਅਸੀਂ ਬੀਬੀ ਖਾਲੜਾ ਨੂੰ ਜਿਹੜਾ ਆ ਉਹ ਰਾਜ ਸਭਾ ਵਾਸਤੇ ਭੇਜਦੇ। ਇਵੇਂ ਦੀਆਂ ਗੱਲਾਂ ਜਿਹੜੀਆਂ ਉਹ ਉਸ ਨੂੰ ਲੈ ਕੇ ਜ਼ਿਆਦਾਤਰ ਨਾਰਾਜ਼ਗੀ ਪੰਜਾਬੀਆਂ ਦੇ ਵਿੱਚ ਜਿਹੜੀ ਆ ਉਹ ਹੈਗੀ ਆ ਕਿ ਕਿਉਂ ਪੰਜਾਬ 'ਚੋਂ ਕਿਉਂ ਨਹੀਂ ਇਸ ਤਰ੍ਹਾਂ ਦੇ ਸਿਆਣੇ ਬੁੱਧੀਜੀਵੀ ਲੋਕ ਜਿਹੜੇ ਆ ਉਹ ਲੈ ਗਏ। ਮੈਂ ਤੁਹਾਨੂੰ ਇਹ ਗੱਲ, ਤੁਹਾਡੀ ਗੱਲ ਮੰਨਦਾ ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕਹਿਣਾ ਚਾਹੁੰਦੇ ਪੰਜਾਬ 'ਚ ਕੋਈ ਨਹੀਂ ਲੈ ਗਏ। ਬੀਬੀ ਖਾਲੜਾ ਦੀ ਤੁਸੀਂ ਗੱਲ ਕਰਦੇ, ਉਹਨਾਂ ਨੇ ਆਪਣੀ ਪਾਰਟੀ ਦਾ ਉਹ ਵਰਕਰ ਲੈਣਾ ਜਿਹੜਾ ਉਹਨਾਂ ਦਾ ਵਰਕਰ ਰਿਹਾ ਵਾ, ਉਹਨਾਂ ਦਾ ਆਗੂ ਰਿਹਾ ਜਿਹੜਾ ਪਾਰਟੀ ਨੂੰ ਸਮਰਪਿਤ ਆ, ਉਹਨਾਂ ਨੇ ਉਹ ਲੈਣਾ। ਇਸ ਕਰਕੇ ਬਾਹਰੋਂ ਲੈਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅੰਬਿਕਾ ਸੋਨੀ ਦਿੱਲੀ 'ਚ ਰਹਿੰਦੀ ਆ, ਇੱਕ ਵਾਰੀ ਇੱਥੇ ਪ੍ਰਧਾਨ ਵਾਲੀ ਬੜੀ ਬੁਰੀ ਤਰ੍ਹਾਂ ਫੇਲ ਹੋਈ, ਇੱਕ ਵਾਰੀ ਇਲੈਕਸ਼ਨ ਲੜਨੇ ਬੜੀ ਬੁਰੀ ਤਰ੍ਹਾਂ ਫੇਲ ਹੋਈ। ਅੰਬਿਕਾ ਸੋਨੀ ਦੀ ਪੰਜਾਬ ਨੂੰ ਕੀ ਦੇਣਾ ਜੀ? ਉਹ ਪਿਛਲੇ 30 ਸਾਲਾਂ ਜਿਹੜੀ ਉੱਥੇ ਰਾਜ ਸਭਾ 'ਚ ਬੈਠੀ ਆ। ਕਦੀ ਪੱਟੀ ਸਾਹਿਬ ਸਵਾਲ ਇਸ ਚੀਜ਼ ਦੇ ਉੱਤੇ ਖੜਾ ਹੁੰਦਾ ਆ ਕਿ ਆਮ ਆਦਮੀ ਦੀ ਸਰਕਾਰ ਕਹੀ ਜਾਂਦੀ, ਆਮ ਲੋਕਾਂ ਦੀ ਸਰਕਾਰ ਕਹੀ ਜਾਂਦੀ ਹੈ, ਫਿਰ ਆਮ ਲੋਕਾਂ ਦੇ ਵਿੱਚੋਂ ਦੇਖ ਲੈਂਦੇ ਕਿਸੇ ਨਾ ਕਿਸੇ ਨੂੰ ਚਿਹਰੇ ਦੇ ਤੌਰ ਦੇ ਉੱਤੇ ਚੁਣਿਆ ਜਾ ਸਕਦਾ ਸੀਗਾ। ਇਹ ਇਸ ਗੱਲ ਦੇ ਉੱਤੇ ਜਿਹੜੀ ਜ਼ਿਆਦਾ ਇਹ ਉਹਨਾਂ ਦਾ ਪ੍ਰੈਰੋਗੇਟਿਵ ਆ ਜੀ, ਉਹ ਲੈ ਸਕਦੇ ਆ। ਉਹ ਮੈਂ ਸੋਚਦਾ ਕਲਕੱਤਾ ਵੀ ਲੈ ਸਕਦੇ ਸੀ, ਕਿਉਂਕਿ ਸਾਡੀ ਇਹ ਕੋਈ ਬੰਦਸ਼ ਨਹੀਂ ਕੋਈ ਹੈਗੀ ਰਾਜ ਸਭਾ ਦੇ ਪੇਪਰ ਲੈਣ ਦੀ ਜਿਹੜੀ ਹੈ ਵੀ ਤੁਸੀਂ ਕਿੱਥੋਂ ਲੈ ਰਹੇ ਹੋ ਕਿੱਥੋਂ ਨਹੀਂ ਲੈ ਰਹੇ। ਵੋਟਾਂ ਨੇ ਕਾਮਯਾਬ ਹੋਣਾ ਵਾ, ਜਾਂ ਤੇ ਕਨਸਟੀਟਿਊਸ਼ਨ ਦੇ ਵਿੱਚ ਹੋਵੇ ਵੀ ਨਹੀਂ ਜੀ ਉਸੇ ਸਟੇਟ ਦਾ ਹੀ ਬੰਦਾ ਹੋਣਾ ਚਾਹੀਦਾ, ਫਿਰ ਗੱਲ ਬਣ ਜਾਂਦੀ ਹੈ ਜੀ। ਜਦੋਂ ਸਾਡੇ ਕਨਸਟੀਟਿਊਸ਼ਨ ਇਹ ਆਜ਼ਾਦ ਨਹੀਂ ਦਿੰਦਾ ਫਿਰ ਕਿਹੜੀ ਗੱਲ ਆ? ਉਹਨਾਂ ਲੈ ਲਿਆ, ਮੈਂ ਤੁਹਾਡੀ ਗੱਲ ਨਾਲ ਸਹਿਮਤ, ਪੰਜਾਬ 'ਚ ਲੈ ਜਾਂਦੇ ਚੰਗੀ ਗੱਲ ਹੁੰਦੀ ਜੀ, ਬਾਹਰੋਂ ਕੋ ਲੈ ਗਿਆ। ਹੁਣ 2 ਬੰਦੇ ਜਿਹੜੇ ਪੰਜਾਬ ਦੀ ਚੋਣ ਜਿਤਾਉਣ 'ਚ ਕਹਿੰਦੇ ਵੀ ਸਾਡੇ ਬੜੇ ਤਗੜੇ ਸਹਾਈ ਹੋਏ ਨੇ। ਸੰਦੀਪ ਪਾਠਕ ਨੇ ਬਕਾਇਦਾ ਤੌਰ ਤੇ ਪੰਜਾਬ ਦੀ ਰਣਨੀਤੀ ਬਣਾਈ ਜੀ। ਰਾਘਵ ਚੱਡਾ ਨੇ ਪੂਰਾ ਰੋਲ ਨਿਭਾਇਆ। ਰਾਘਵ ਚੱਡਾ ਕਰੀਬ 2 ਮਹੀਨੇ ਇੱਥੇ ਪੰਜਾਬ 'ਚ ਹੀ ਰਿਹਾ ਜੀ, ਪੰਜਾਬੀ ਬੋਲਣੀ ਵੀ ਸਿੱਖ ਗਿਆ ਹੁਣ।
ਇਸ ਕਰਕੇ ਮੈਂ ਸੋਚਦਾ ਵੀ ਇਹ ਉਹਨਾਂ ਦਾ ਆਪਣਾ ਪ੍ਰੈਰੋਗੇਟਿਵ ਸਰਕਾਰ ਦਾ ਹੈਗਾ ਜੀ ਇਹ ਤੇ ਆਪਣੀ એનર્ਜੀ ਵੇਸਟ ਕਰਨ ਤੋਂ ਸਮਾਂ ਆਉਣ ਦਿਓ, ਬੜਾ ਸਮਾਂ ਮਿਲਣਾ ਗੱਲ ਕਰਨ ਜੀ 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 ਬਿਲਕੁਲ ਇਹ ਗੱਲ ਤੁਹਾਡੀ ਜਿਹੜੀ ਉਹ ਦਰੁਸਤ ਆ ਕਿ ਚਲੋ ਆਪਣੇ ਹਿਸਾਬ ਨਾਲ ਲਾ ਸਕਦੇ, ਪਰ ਮੇਨ ਗੱਲ ਜਿਹੜੀ ਆ ਉਹ ਮੁੱਖ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਚਰਚਾ ਇਸ ਚੀਜ਼ ਨੂੰ ਲੈ ਕੇ ਆ ਕਿ ਅਸਲ ਦੇ ਵਿੱਚ ਜਿਹੜਾ ਬੰਦਾ ਇੱਥੇ ਰਹਿੰਦਾ ਪੰਜਾਬ 'ਚ ਜਾਂ ਜਿਹੜਾ ਵੀ ਬੰਦਾ ਜਿਹੜੇ ਸਟੇਟ ਦੇ ਵਿੱਚ ਰਹਿੰਦਾ ਹੁੰਦਾ ਉੱਥੋਂ ਦੇ ਮੁੱਦਿਆਂ ਦੀ, ਉੱਥੋਂ ਦੀ ਲੋੜਾਂ ਦੀ, ਉੱਥੋਂ ਦੀ ਗਰਾਊਂਡ ਲੈਵਲ ਤੇ ਕੀ ਸਿਚੁਏਸ਼ਨ ਹੈਗੀ ਉਹਦਾ ਉਸ ਨੂੰ ਪਤਾ ਹੁੰਦਾ ਆ। ਸੋ ਆਪਾਂ ਅਗਲੀ ਖਬਰ ਦੇ ਉੱਤੇ ਜਿਹੜਾ ਚੱਲਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਜੇਕਰ ਆਪਾਂ ਗੱਲ ਕਰੀਏ ਕੈਬਨਿਟ ਦੀ ਤਾਂ ਉਹਦੇ ਉੱਤੇ ਵੀ ਬੜੀ ਚਰਚਾ ਜਿਹੜੀ ਆ ਉਹ ਹੋ ਰਹੀ ਆ ਕਿ ਕੋਈ ਕਹਿ ਰਿਹਾ ਸਾਡੇ ਲੁਧਿਆਣੇ ਤੋਂ ਨਹੀਂ ਕੋਈ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ, ਕੋਈ ਕਹਿ ਰਿਹਾ ਅੰਮ੍ਰਿਤਸਰ ਦੀਆਂ ਜਿਹੜੀਆਂ 5 ਸੀਟਾਂ ਸੀਗੀਆਂ ਉੱਥੋਂ ਨਹੀਂ ਸ਼ਾਮਲ ਕੀਤਾ ਗਿਆ, ਕੁਝ 2-2 ਵਾਰ ਦੇ ਜਿਹੜੇ ਐਮਐਲਏ ਉਹਨਾਂ ਦੀ ਵੀ ਨਾਰਾਜ਼ਗੀ ਸਾਹਮਣੇ ਜਿਹੜੀ ਆ ਉਹ ਆਈ ਆ। ਬਲਜਿੰਦਰ ਕੌਰ ਹੋਰਾਂ ਨੇ ਵੀ ਇੱਕ ਪੋਸਟ ਪਾ ਕੇ ਡਿਲੀਟ ਕਰ ਦਿੱਤੀ, ਅਮਨ ਅਰੋੜਾ ਹੋਰਾਂ ਦੀ ਵੀ ਬਾਡੀ ਲੈਂਗੁਏਜ ਜਿਹੜੀ ਆ ਉਸ ਤੋਂ ਬਾਅਦ ਚੇਂਜ ਜਿਹੜੀ ਆ ਉਹ ਹੋ ਗਈ, ਚਾਹੇ ਕਿ ਅਜੇ 7 ਮੰਤਰੀ ਕਹਿ ਰਹੇ ਆ ਕਿ ਹੋਰ ਬਣਾਏ ਜਾਣੇ ਆ, ਪਰ ਜਿਹੜੀ ਪਹਿਲੀ ਅਨਾਉਂਸਮੈਂਟ ਸੀ ਉਹਦੇ ਵਿੱਚ ਉਹਨਾਂ ਦੇ ਨਾਮ ਨਹੀਂ ਸੀ ਹੈਗੇ। ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਜਿਹੜੀ ਸੱਤਾ ਹੁੰਦੀ ਨਾ ਜੀ ਉਹ ਵਿਅਕਤੀ ਨੂੰ ਭ੍ਰਿਸ਼ਟ ਕਰ ਦਿੰਦੀ ਜੀ, ਤੇ ਜਿਹੜੀ ਓਵਰਆਲ ਸੱਤਾ ਹੋ ਜਾਂਦੀ ਨਾ ਕੋਲ ਉਹ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਹੈ ਜੀ। ਭ੍ਰਿਸ਼ਟਾਚਾਰ ਕੋਈ ਮਾਇਆ ਦਾ ਕਰਦਾ, ਕੋਈ ਭ੍ਰਿਸ਼ਟਾਚਾਰ ਮਾਫੀ ਦਾ ਕਰਦਾ, ਕੋਈ ਭ੍ਰਿਸ਼ਟਾਚਾਰ ਜਿਹੜਾ ਵਾ ਇਸ ਤਰ੍ਹਾਂ ਦਾ ਕਰਦਾ। 92 ਸੀਟਾਂ ਮਿਲੀਆਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ 117 ਚੋਂ ਜੀ, 10 ਸੀਟਾਂ ਤੇ ਇਹ ਦੂਸਰੇ ਨੰਬਰ ਤੇ ਰਹੇ ਜੀ। ਜਿੰਨਾ ਵੱਡਾ ਮੈਂਡੇਟ ਦਿੱਤਾ ਅਸੀਂ ਕਿੰਤੂ ਨਹੀਂ ਕਰਦੇ, ਲੇਕਿਨ ਚਰਚਾ ਆਇਆ ਵੀ ਕਿਤੇ ਕਿਤੇ ਗੜਬੜ ਜ਼ਰੂਰ ਰਹੀ ਆ। ਅਸੀਂ ਇੱਥੇ ਕੋਈ ਟਿੱਪਣੀ ਨਹੀਂ ਕਰਦੇ ਜੀ, ਕਿਉਂਕਿ ਲੋਕਾਂ ਦਾ ਮੈਂਡੇਟ ਆ, ਉਹਨਾਂ ਦੇ ਹੱਕ 'ਚ ਆਇਆ, ਜੋ ਕੀਤਾ ਠੀਕ ਕੀਤਾ ਲੋਕਾਂ ਨੇ। ਇਹ ਜਿਹੜਾ ਮੰਤਰੀ ਮੰਡਲ ਬਣਾਇਆ ਵਾ ਇਹਦੇ ਬਾਰੇ ਕਦੀ ਕਿਸੇ ਸੋਚਿਆ ਹੀ ਨਹੀਂ ਸੀ ਜੀ ਵੀ ਇਹ ਮੰਤਰੀ ਮੰਡਲ ਬਣਾਵਾਂਗੇ। ਇਹ ਮੰਤਰੀ ਮੰਡਲ ਬਣਨ ਦੇ ਕਈ ਕਾਰਨ ਨੇ। ਪਹਿਲੀ ਗੱਲ ਤੇ ਕੁਲਦੀਪ ਸਿੰਘ ਧਾਰੀਵਾਲ ਨੂੰ ਅਜਨਾਲਾ ਤੋਂ ਲਿਆ ਗਿਆ ਜਿੱਥੇ ਰੇਤ ਦੀਆਂ ਖੱਡਾਂ ਨੇ ਜੀ, ਹਰਜੋਤ ਬੈਂਸ ਨੂੰ ਲਿਆ ਜਿੱਥੇ ਰੇਤ ਦੀਆਂ ਖੱਡਾਂ ਨੇ ਜੀ, ਜਿਹੜਾ ਲਾਲਚੰਦ ਕਟਾਰੂ ਚੱਕ ਨੂੰ ਲਿਆ ਗਿਆ ਉੱਥੇ ਵੀ ਰੇਤ ਦੀਆਂ ਖੱਡਾਂ ਨੇ ਜੀ, ਜਿਹੜੇ ਆਪਣੇ ਹੋਰ ਦੁੱਤਨ ਲੈ ਗਏ ਉਹ ਰੇਤ ਦੀਆਂ ਖੱਡਾਂ ਨਾਲ ਸੰਬੰਧਿਤ ਨੇ ਜੀ। ਉਹਨਾਂ ਦੀ ਕਾਰਗੁਜ਼ਾਰੀ ਵੇਖਣੀ ਆ ਵੀ ਇਹ ਉੱਥੇ ਕੀ ਰੋਲ ਨਿਭਾਉਂਦੇ ਨੇ। ਇੱਕ ਪਠਾਨਕੋਟ ਤੋਂ ਵੀ ਨੇ ਸ਼ਾਇਦ, ਪਠਾਨਕੋਟ ਤੋਂ ਹੀ ਕਟਾਰੂ ਚੱਕ ਭੂਆ ਜਿਹੜੇ ਆ ਜੀ, ਉਹ ਸਾਰੇ ਕਰਕੇ ਇਹ ਲੈ ਗਏ ਨੇ। ਦੂਸਰੀ ਡਾਕਟਰ ਬਲਜੀਤ ਕੌਰ ਦੇ ਲਈ ਗਈ ਆ, ਉਹ ਸਾਧੂ ਸਿੰਘ ਇਹਨਾਂ ਦਾ ਐਮਪੀ ਹੁੰਦਾ ਸੀਗਾ। ਜੀ ਜੀ ਜੀ, ਉਹਨਾਂ ਦੀ ਬੇਟੀ ਹੈ ਜੀ, ਉਹ ਡੈਂਟਿਸਟ ਆ, ਉਹਨੇ ਸਮਾਜ ਸੇਵਾ ਦਾ ਬੜਾ ਕੰਮ ਕੀਤਾ ਵਾ ਜੀ। ਹਰਪਾਲ ਸਿੰਘ ਚੀਮਾ ਇੱਕ ਵਫਾਦਾਰ ਆਗੂ ਰਿਹਾ ਕੇਜਰੀਵਾਲ ਦਾ, ਔਰ ਉਹਨੇ ਉਹੀ ਆਵਾਜ਼ ਬੁਲੰਦ ਕੀਤੀ ਆ ਵਿਧਾਨ ਸਭਾ ਜਿਹੜੀ ਉੱਤੋਂ ਲਿਖ ਕੇ ਆਈ ਵੀ ਤੁਸੀਂ ਆਹ ਗੱਲ ਕਰੀ, ਦੂਜੀ ਕੋਈ ਨਹੀਂ ਕਰਨੀ ਜੀ। ਦੂਜੀ ਜੇ ਕੋਈ ਕਿਸੇ ਸਵਾਲ ਪੁੱਛ ਵੀ ਲਿਆ ਤੇ ਉਹਨਾਂ ਉੱਥੇ ਗੋਲਮੋਲ ਕਰ ਦਿੱਤਾ ਉਹਨੂੰ। ਉਹਨਾਂ ਦੀ ਵਫਾਦਾਰੀ ਕਰਕੇ ਉਹਨਾਂ ਨੂੰ ਮਿਲ ਗਈ ਨੇ ਜੀ। ਤੀਜੀ ਗੱਲ ਕਰਦੇ ਆਪਾਂ ਜਿਹੜੇ ਹਰਭਜਨ ਸਿੰਘ ETO ਜੀ, ਇਹਦੇ ਬਾਰੇ ਵੀ ਤੁਸੀਂ ਲੈ ਲਓ, ਪਰਲੇ ਪਾਸੇ ਜੰਡਾਲੇ ਤੋਂ ਪਰਾਂ ਚੱਲ ਜਾਓ ਬਿਆਸ, ਉੱਥੋਂ ਵੀ ਰੇਤ ਦੀਆਂ ਖੱਡਾਂ ਹੈਗੀਆਂ ਨੇ ਜੀ। ਇਸ ਕਰਕੇ ਜਿਹੜੇ ਰੇਤ ਦੀਆਂ ਖੱਡਾਂ ਵਾਲੇ ਜ਼ਿਆਦੇ ਹਨ ਜੀ, ਉਹਨਾਂ ਨੂੰ ਪ੍ਰੈਫਰ ਕੀਤਾ ਗਿਆ ਵੀ ਇਹਨਾਂ ਦੀ ਕਾਰਗੁਜ਼ਾਰੀ ਵੇਖਣੀ ਵੀ ਇਹ ਰੇਤ ਦੀਆਂ ਖੱਡਾਂ ਨੂੰ ਰੋਕਣ 'ਚ ਕਾਮਯਾਬ ਹੁੰਦੇ ਕਿ ਉੱਥੇ ਜਾ ਕੇ ਭ੍ਰਿਸ਼ਟਾਚਾਰ ਕਰਦੇ ਆ। ਫਿਰ ਕੇਜਰੀਵਾਲ ਨੂੰ ਜਿਹੜੀ ਆਨਲਾਈਨ ਆਪਣੇ ਵਿਧਾਇਕਾਂ ਨਾਲ ਗੱਲਬਾਤ ਕਰਦੇ ਆ ਇਹ ਗੱਲ ਕਹਿਣੀ ਵੀ ਭਾਈ ਆਪਾਂ ਲੋਕ ਸੇਵਾ ਕਰਨੀ, ਜਿੰਨੇ ਵੀ ਲੋਕ ਹੈਗੇ ਜਿਹਨੇ ਸਾਨੂੰ ਵੋਟ ਪਾਈ ਆ ਉਹਦੀ ਵੀ ਸਰਕਾਰ ਆ, ਉਹਦੇ ਵੀ ਅਸੀਂ MLA, ਜੇ ਨਹੀਂ ਪਾਈ ਉਹਨੇ ਵੀ MLA ਆ। ਅਸੀਂ ਹਰ ਇੱਕ ਨੂੰ ਟਾਰਗੇਟ ਦੇਵਾਂਗੇ ਜੀ, MLA ਨੂੰ ਦੇਵਾਂਗੇ ਤੇ ਮੰਤਰੀ ਨੂੰ ਦੇਵਾਂਗੇ। ਜੇ ਟਾਰਗੇਟ ਦੀ ਗੱਲ ਕੀਤੀ, ਜਿਹੜਾ ਟਾਰਗੇਟ ਪੂਰਾ ਨਹੀਂ ਕਰੂਗਾ ਜੀ ਇੱਕ ਮੌਕਾ ਦੇਵਾਂਗੇ, ਦੂਸਰੇ ਮੌਕੇ ਤੇ ਫਿਰ ਬਦਲੀ ਕੀਤੀ ਜਾਊਗੀ ਜੀ। ਮਤਲਬ ਉਹਨਾਂ ਪੂਰੀ ਢਿਬਰੀ ਟੱਟ ਕੀਤੀ ਇੱਕ ਵਾਰੀ ਪੂਰੀ ਜੀ। ਸਭ ਤੋਂ ਵੱਡੀ ਗੱਲ ਉਹਨੇ ਭ੍ਰਿਸ਼ਟਾਚਾਰ ਜਿਹੜੀ ਗੱਲ ਕੀਤੀ ਆ ਵੀ ਭ੍ਰਿਸ਼ਟਾਚਾਰ ਨਹੀਂ ਹੋਏਗਾ ਕੋਈ ਵੀ ਜੀ, ਚੰਗੀ ਗੱਲ, ਭ੍ਰਿਸ਼ਟਾਚਾਰ ਲੋਕਾਂ ਨੂੰ ਚਾਹੀਦਾ ਜੀ। ਪਰ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਇੱਕ ਗੱਲ ਦੱਸ ਦੇਣ, ਜਦੋਂ ਕੋਈ ਜ਼ਿਲ੍ਹੇ ਚੋਂ ਬਾਹਰੋਂ ਮਹਿਮਾਨ ਆਉਂਦਾ ਵਾ ਜੀ ਉਹਦੀ ਮਹਿਮਾਨ ਨਵਾਜੀ ਲਈ ਜਿਹੜਾ ਉਹ ਖਰਚਾ ਕਿੱਥੋਂ ਹੋਣਾ। DC ਨੂੰ ਫੋਨ ਆਉਂਦਾ ਵੀ ਫਲਾਣਾ ਬੰਦਾ ਤੁਹਾਡੇ ਆ ਰਿਹਾ ਜੀ, DC ਦਾ SDM ਨੂੰ ਕਹਿ ਦਿੰਦਾ, SDM ਦਾ ਤਹਿਸੀਲਦਾਰ ਨੂੰ ਕਹਿੰਦਾ ਵੀ ਇੰਨੇ ਹਾਰ ਲੈ ਕੇ ਤੇ ਇੰਨੇ ਲੋਕਾਂ ਦਾ ਪ੍ਰਬੰਧ ਕਰੋ ਰੋਟੀ ਦਾ। ਜਦੋਂ ਰੋਟੀ ਦਾ ਪ੍ਰਬੰਧ ਲੈ ਕੇ ਜਾਣਾ, ਹਾਰ ਨੂੰ ਲੈ ਕੇ ਜਾਣੇ ਆ, ਤੇ ਫਿਰ ਉਹ ਖਰਚਾ ਕਿੱਥੋਂ ਆਉਣਾ ਵਾ ਜੀ, ਲੋਕਾਂ ਦੇ ਸਿਰ ਤੋਂ। ਜਾਂ ਤੇ ਪੰਜਾਬ ਸਰਕਾਰ ਇੱਕ ਹੌਸਪਿਟੈਲਿਟੀ ਮਹਿਕਮਾ ਸ਼ੁਰੂ ਕਰੇ, ਹਰ ਡਿਸਟ੍ਰਿਕਟ ਉਹਦਾ ਜਿਹੜਾ ਵਾ ਦਫ਼ਤਰ ਹੋਵੇ, ਉਹਦੇ ਕੋਲ ਮੁਲਾਜ਼ਮ ਹੋਣ ਜੀ। ਮੁਲਾਜ਼ਮ ਹੋਣ ਤੋਂ ਇਲਾਵਾ ਜਦੋਂ ਕਿੱਦਾਂ ਕੋਈ VIP ਹੁੰਦਾ ਵਾ, DC ਨੂੰ ਫੋਨ ਹੁੰਦਾ, ਤੂੰ ਹੌਸਪਿਟੈਲਿਟੀ ਮਹਿਕਮੇ ਨੂੰ ਕਹੇ ਵੀ ਫਲਾਣਾ ਬੰਦਾ ਆ ਰਿਹਾ ਤਾਂ ਪ੍ਰਬੰਧ ਕਰੋ ਜੀ।
ਉਹਨਾਂ ਕੋਲ ਫੰਡ ਹੋਣ, ਸਰਕਾਰੀ ਫੰਡ ਹੋਣ, ਫਿਰ ਤਾਂ ਤੁਸੀਂ ਰੋਕ ਸਕਦੇ ਹੋ। ਜੀ ਨਹੀਂ ਤੇ ਕਿਸੇ ਵੀ ਤਹਿਸੀਲਦਾਰ ਨੇ ਜਾਂ ਐਸਡੀਐਮ ਨੇ ਆਪਣੀ ਜੇਬ ਚੋਂ ਤਾਂ ਤਨਖਾਹ ਚੋਂ ਪੈਸੇ ਨਹੀਂ ਖਰਚ ਕਰਨੇ। ਉਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਤੁਹਾਨੂੰ ਪਤਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ 97 ਚ ਮੁੱਖ ਮੰਤਰੀ ਬਣੇ ਸੀਗੇ ਜੀ, ਉਹਨਾਂ ਕਿਹਾ ਸੀ ਖਜ਼ਾਨੇ ਦੀ ਹਾਲਤ ਮਾੜੀ ਆ, ਇਸ ਕਰਕੇ ਮਿਹਰਬਾਨੀ ਕਰਕੇ ਕੋਈ ਵੀ ਜਿਹੜਾ ਮਿਨਿਸਟਰ ਆ ਹੋਟਲਾਂ 'ਚ ਨਾ ਰਵੇ, ਜੀ ਹੋਟਲਾਂ ਜਾ ਕੇ ਖਾਣਾ ਨਾ ਖਾਵੇ। ਜਦੋਂ ਕਿਤੇ ਚੰਡੀਗੜ੍ਹ ਤੋਂ ਬਾਹਰ ਜਾਂਦਾ ਵਾ ਜੀ, ਉਹ ਬਕਾਇਦਾ ਤੌਰ ਤੇ ਕਿਸੇ ਵਰਕਰ ਦੇ ਘਰ ਜਾ ਕੇ ਖਾਣਾ ਖਾਵੇ। ਜੀ ਈਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਇੱਕ ਦੋ ਵਾਰੀ ਇੱਥੇ ਆਏ ਸੀਗੇ। ਜੀ, ਇੱਕ ਵਾਰੀ ਅਕਾਲੀ ਆਗੂ ਦੇ ਘਰ ਖਾਣਾ ਖਾਧਾ ਸੀਗਾ, ਜੀ ਇੱਕ ਵਾਰੀ ਤਰਨ ਚੁੱਗ ਜਿਹੜੇ ਭਾਜਪਾ ਦੇ ਆਗੂ ਸੀ ਉਦੋਂ ਲਾਏ ਸੀ ਨਾਲ, ਉਹਨਾਂ ਦੇ ਘਰ ਖਾਣਾ ਖਾਧਾ ਸੀ ਉਹਨਾਂ ਨੇ ਜੀ, ਵੀ ਭਾਈ ਆਪਾਂ ਹੋਟਲ 'ਚ ਪੈਸੇ ਨਹੀਂ ਖਰਚ ਕਰਨੇ। ਜੀ ਇਹੋ ਜਿਹੀ ਕੋਈ ਸਕੀਮ ਬਣਾਈ ਹੋਵੇ ਫਿਰ ਤੇ ਠੀਕ ਆ। ਜੇ ਤੁਸੀਂ ਕਹਿੰਦੇ ਭ੍ਰਿਸ਼ਟਾਚਾਰ ਇਦਾਂ ਹੀ ਰੁਕ ਜੂਗਾ, ਭ੍ਰਿਸ਼ਟਾਚਾਰ ਰੁਕਣਾ ਨਹੀਂ। ਭ੍ਰਿਸ਼ਟਾਚਾਰ ਨੂੰ ਤੁਸੀਂ ਖੁਦ ਮਜਬੂਰ ਕਰੋਗੇ ਕਰਨ ਵਾਸਤੇ ਵੀ ਭਾਈ ਇਹ ਕੰਮ ਚਲਾਉਣੇ ਕਿਵੇਂ ਚਲਾਉਣੇ ਆ। ਜੀ ਜੀ ਭੱਟੀ ਸਾਹਿਬ, ਅਗਲੀ ਗੱਲ ਜਿਹੜੀ ਆ ਉਹ ਕਰੀਏ ਬਿਕਰਮ ਮਜੀਠੀਆ ਦੇ ਉੱਤੇ ਵੀ ਨਵੀਂ ਜਿਹੜੀ ਸਿੱਟ ਆ ਉਹ ਬਣ ਗਈ ਆ। ਕੀ ਲੱਗਦਾ ਆ ਬਿਕਰਮ ਮਜੀਠੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜਿਵੇਂ ਕਿਰਕਰੀ ਉਦੋਂ ਹੋ ਗਈ ਸੀਗੀ ਕਿ ਕੇਜਰੀਵਾਲ ਮਾਫੀ ਮੰਗੇ, ਪਹਿਲਾਂ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤਾਂ ਇੰਨੇ ਦਿਨਾਂ ਦੇ ਬਾਅਦ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਹੋਊਗਾ, ਹੁਣ ਤਾਂ ਉਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਹੀ ਜੇਲ੍ਹ 'ਚ ਸੀ। ਸੋ ਹੁਣ ਤੁਹਾਨੂੰ ਲੱਗਦਾ ਕਿ ਕੁਛ ਇਸ ਕੇਸ ਦਾ ਵੀ ਨਿਕਲੂਗਾ ਜਾਂ ਫਿਰ ਪਹਿਲਾਂ ਵਾਂਗੂ ਪਾਣੀ 'ਚ ਮਧਾਣੀ ਵਾਲੀ ਗੱਲ ਹੀ ਸਾਹਮਣੇ ਆਊਗੀ? ਜੇ ਤੇ ਦੁਬਾਰਾ ਕਾਂਗਰਸੀ ਸਰਕਾਰ ਬਣ ਜਾਂਦੀ ਫਿਰ ਤੇ ਬਿਕਰਮ ਮਜੀਠੀਆ ਹੋਰੀ ਬਰੀ ਹੁੰਦੇ, ਫਿਰ ਤੇ ਜ਼ਮਾਨਤ ਵੀ ਹੋ ਜਾਂਦੀ। ਹੁਣ ਜਿਹੜੀ ਇਹਨਾਂ ਸਿੱਟ ਚੇਂਜ ਕੀਤੀ ਆ ਜੀ, ਜਿਹੜਾ ਪਹਿਲਾਂ ਏਐਸਜੀ ਲਾਇਆ ਸੀ, ਸਿੱਟ ਦਾ ਮੁਖੀ ਲਾਇਆ ਸੀ ਬਲਰਾਜ ਸਿੰਘ ਜੀ, ਤੇ ਬਲਰਾਜ ਸਿੰਘ ਦਾ ਮੁੰਡਾ ਹੈਗਾ ਪ੍ਰਿੰਸਪ੍ਰੀਤ ਸਿੰਘ ਜੀ, ਉਹਨਾਂ ਨੇ ਆਊਟ ਆਫ ਜਾ ਕੇ ਆਪਣੇ ਬੇਟੇ ਨੂੰ ਪ੍ਰਮੋਟ ਕਰਾਇਆ ਸੀਗਾ। ਇਹ ਉਹਨਾਂ ਤੇ ਦੋਸ਼ ਲੱਗਦਾ ਸੀ ਵੀ ਇਹ ਜਿਹੜੀ ਉਹ ਸਹਾਇਤਾ ਕੀਤੀ ਜਾਊਗੀ ਬਿਕਰਮ ਮਜੀਠੀਆ ਦੀ। ਜੀ ਚਲੋ ਉਹ ਰੌਲਾ ਪੈ ਗਿਆ। ਜਿਸ ਦਿਨ ਬਿਕਰਮ ਮਜੀਠੀਆ 24 ਤਰੀਕ ਨੂੰ ਪੇਸ਼ ਹੁੰਦਾ ਵਾ, 24 ਫਰਵਰੀ ਨੂੰ, ਜੀ, ਇਹਨਾਂ ਰਿਮਾਂਡ ਮੰਗਿਆ ਹੀ ਨਹੀਂ। ਜੀ, ਪੁੱਛ ਪੜਤਾਲ ਕਰਨੀ ਹੈ ਜੀ, ਪਾਸੇ ਬੈ ਕੇ ਪੁੱਛ ਪੜਤਾਲ ਕਰ ਲਓ। ਜੀ, ਕਿਉਂ ਨਹੀਂ ਰਿਮਾਂਡ ਮੰਗਿਆ? ਇਹ ਰਿਮਾਂਡ ਮੰਗਦੇ ਉੱਥੇ ਰਿਮਾਂਡ ਚਾਹੀਦਾ ਸਾਨੂੰ। ਉਦੋਂ ਹੀ ਪਤਾ ਲੱਗਦਾ ਸੀ ਵੀ ਇਹ ਸਿੱਟ ਹੁਣ ਜਿਹੜੀ ਉਹ ਕੰਮ ਕਰਨ ਲਈ ਤਿਆਰ ਨਹੀਂ। ਇਹ ਵੀ ਪਤਾ ਸੀ, ਆਪਾਂ ਇਸੇ ਮੰਚ ਤੋਂ ਹੀ ਕਹਿੰਦੇ ਆਏ ਸੀ ਵੀ ਜੇ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਬਹੁਤ ਵੱਧ ਜਾਣਗੀਆਂ। ਜੀ, ਆਮ ਆਦਮੀ ਪਾਰਟੀ ਸਰਕਾਰ ਆ ਗਈ, ਉਹਨਾਂ ਮਹਿਸੂਸ ਕੀਤਾ ਵੀ ਲੋਕਾਂ ਦੀਆਂ ਭਾਵਨਾ ਦੇ ਮੁਤਾਬਕ ਇਹ ਸਿੱਟ ਕੰਮ ਨਹੀਂ ਕਰ ਰਹੀ। ਜੀ, ਉਹਨਾਂ ਸਿੱਟ ਬਦਲਤੀ। ਜਿਹੜੇ ਏਆਈਜੀ ਦੀ ਗੱਲ ਕਰਦੇ ਉਹ ਆਈਜੀ ਨੇ ਬੇਸਿਕਲੀ। ਜੀ, ਗੁਰਸ਼ਰਨ ਸਿੰਘ ਸੰਧੂ ਪੱਟੀ ਲਾਗੇ ਪਿੰਡ ਆ ਬੁਰਜ, ਉੱਥੋਂ ਦੇ ਰਹਿਣ ਵਾਲੇ ਨੇ। ਅੱਜ ਕੱਲ੍ਹ ਇਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਰਹਿੰਦੇ ਆ। ਜੀ, ਉੱਥੇ ਇਹਨਾਂ ਦੀ ਆਪਣੀ ਖੇਤੀ ਬੜੀ ਤਕੜੇ ਜ਼ਿਮੀਂਦਾਰ ਨੇ। ਜੀ, ਇਹ ਯੂਨੀਵਰਸਿਟੀ ਦੇ ਗੋਲਡ ਮੈਡਲਿਸਟ ਨੇ। ਜੀ, ਅੰਮ੍ਰਿਤਸਰ ਦੇ ਵਿੱਚ ਡੀਐਸਪੀ ਰਹੇ ਨੇ, ਡੀਐਸਪੀ ਭਰਤੀ ਹੋਏ ਸੀ। ਸਿਖਰ ਦੇ ਇਮਾਨਦਾਰ ਬੰਦੇ, ਉਹਨਾਂ ਦੀ ਤੁਸੀਂ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਰ ਸਕਦੇ। ਜੀ, ਕਿ ਮੇਰਾ ਕਾਫੀ ਵਾਹ ਨਾ ਰਿਹਾ। ਬਹੁਤੇ ਅਖਬਾਰਾਂ ਦੇ ਵੀ ਸ਼ੌਕੀਨ ਨਹੀਂ ਸੀ ਹੁੰਦੇ। ਤੁਹਾਡੇ ਤੇ ਏਰੀਏ ਦੇ ਰਹੇ ਨੇ? ਜੀ ਜੀ, ਬਹੁਤੇ ਅਖਬਾਰਾਂ ਦੇ ਸ਼ੌਕੀਨ ਨਹੀਂ ਸੀ ਹੁੰਦੇ। ਜੀ, ਬਹੁਤੀ ਗੱਲ ਨਹੀਂ ਸੀ ਕਰਦੇ, ਪਤੇ ਦੀ ਗੱਲ ਕਰਦੇ ਸੀ। ਸਾਰੇ ਐਸਓਚਓ ਨੂੰ ਕਿਹਾ ਸੀਗਾ ਵੀ ਭਾਈ ਮੇਰੇ ਨਾਂ ਦੇ ਉੱਤੇ ਠੱਗੀ ਮਾਰਨ ਦੀ ਕੋਸ਼ਿਸ਼ ਨਾ ਕਰਿਓ ਤੇ ਮੈਂ ਬਰਦਾਸ਼ਤ ਨਹੀਂ ਜੀ ਕਰਨਾ ਕਿਸੇ ਨੂੰ। ਕੋਈ ਮੇਰੀ ਵੰਗਾਰ ਨਹੀਂ ਜੇ ਕਰਨੀ। ਜੀ, ਮੇਰੀ ਕੋਈ ਵੰਗਾਰ ਦੀ ਲੋੜ ਨਹੀਂ ਮੈਨੂੰ ਹੈਗੀ। ਮੈਨੂੰ ਤਨਖਾਹ ਜਿੰਨੀ ਕੁ ਦਿੰਦੀ ਹੈ ਨਾ ਸਰਕਾਰ, ਮੈਂ ਉਹ 'ਚ ਗੁਜ਼ਾਰਾ ਕਰੂ, ਨਾ ਉਹ ਤਾਂ ਮੈਂ ਘਰੋਂ ਲੈ ਕੇ ਕਰ ਲੂੰਗਾ। ਜੀ, ਇਹ ਮੁੜ ਕੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਉਦੋਂ ਉਹਨਾਂ ਦੇ ਐਡਮ ਰਹੇ ਜੀ, ਕੁਛ ਸਮਾਂ, ਲੇਕਿਨ ਇਮਾਨਦਾਰ ਸੀਗੇ। ਹੁਣ ਇਹ ਆਈਜੀ ਆਏ ਨੇ ਗੁਰਸ਼ਰਨ ਸਿੰਘ ਸੰਧੂ, ਜੀ, ਬੰਦੇ ਤੇ ਉਹ ਕਾਬਲ ਨੇ, ਜੀ, ਇਮਾਨਦਾਰ ਨੇ। ਜੇ ਕਿਤੇ ਸਰਕਾਰ ਨੇ ਉਹਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਿੱਤਾ ਤੇ ਫਿਰ ਬਿਕਰਮ ਮਜੀਠੀਆ ਦਾ ਜੇ ਬੜੀਆਂ ਸਾਰੀਆਂ ਪਟਾਰੀਆਂ ਖੁੱਲਣਗੀਆਂ, ਇੱਕ ਨਹੀਂ ਕਈ ਹੋਰ ਪਟਾਰੀਆਂ ਖੁੱਲਣਗੀਆਂ, ਜੀ, ਜਿੰਨੇ ਮਾਫੀ ਗਰੋਹ ਸਾਰੇ ਉਜਾਗਰ ਹੋਣਗੇ। ਪੋਸੀਬਿਲਿਟੀ ਆ ਵੀ ਹੁਣ ਕੱਲ ਤਰੀਕ ਉਹਨਾਂ ਦੀ 22 ਤਰੀਕ, ਜੀ, 22 ਨੂੰ ਇਹ ਨਵੀਂ ਸਿੱਟ ਸ਼ਾਇਦ ਉਹਨਾਂ ਦਾ ਰਿਮਾਂਡ ਦੀ ਮੰਗ ਕਰੇ ਵੀ ਸਾਨੂੰ ਇਹਦੀ ਪੁੱਛ ਪੜਤਾਲ ਕਰਨ ਵਾਸਤੇ ਜਿਹੜੀ ਸੀ ਰਿਮਾਂਡ ਚਾਹੀਦਾ। ਜੀ, ਤੇ ਬਿਕਰਮ ਸਿੰਘ ਮਜੀਠੀਆ ਦੇ ਮੁਸ਼ਕਲਾਂ ਵੱਧ ਗਈਆਂ ਨੇ। ਹੁਣ ਅਕਾਲੀ ਵੀ ਨਹੀਂ ਬੋਲਦੇ, ਕਿਉਂ ਬੋਲਦੇ ਤੇ ਮੁੱਲ ਕੋਈ ਨਹੀਂ ਪੈਣਾ, ਉਹ ਵੀ ਚੁੱਪ ਨੇ। ਕਿਉਂ ਸੁਖਬੀਰ ਸਿੰਘ ਬਾਦਲ ਤੇ ਆਪਣੀ ਪ੍ਰਧਾਨੀ ਨੂੰ ਲੈ ਕੇ ਅਜੇ ਵੀ ਸਖਤੇ 'ਚ ਨੇ। ਜੀ, ਪਤਾ ਨਹੀਂ ਕੀ ਭਾਣਾ ਵਰਤ ਜਾਣਾ। ਜਿਹੜੀਆਂ 2-3 ਮੀਟਿੰਗਾਂ ਹੋਈਆਂ ਉੱਥੇ ਅੰਦਰ ਤੇ ਕਾਫੀ ਕਹਿੰਦੇ ਖੜਕਾ ਦਲਕਾ ਹੋਇਆ। ਭਾਵੇਂ ਬਾਹਰ ਕੇ ਕਹਿਤਾ ਨਹੀਂ ਕੋਈ ਨਹੀਂ ਪ੍ਰਧਾਨ ਬਣੇ ਰਹਿਣਗੇ, ਲੇਕਿਨ ਉਹਨਾਂ ਦੇ ਕਰਕੇ ਮੁਸ਼ਕਲਾਂ ਜਿਹੜੀਆਂ ਬਿਲਕੁਲ ਕਈ ਆਗੂ ਪਾਰਟੀ ਵੀ ਛੱਡ ਗਏ। ਸਰੂਪ ਚੰਦ ਸਿੰਗਲਾ ਜਿਹੜੇ ਸੀਗੇ ਉਹ ਵੀ ਛੱਡ ਗਏ। ਬਿਲਕੁਲ ਸਰੂਪ ਚੰਦ ਸਿੰਗਲਾ ਪਾਰਟੀ ਛੱਡ ਕੇ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਆਪਣੀ
ਪ੍ਰਧਾਨ ਸੀਗਾ ਉਹ ਪਾਰਟੀ ਛੱਡ ਗਿਆ, ਉਸੇ ਪਾਰਟੀ ਛੱਡ ਕੇ ਦਿੱਲੀ 'ਚ ਉਹਨਾਂ ਦਾ ਆਧਾਰ ਖਤਮ ਹੋ ਗਿਆ। ਹੁਣ 21 ਮੈਂਬਰੀ ਕਮੇਟੀ ਬਣਾਈ, ਉੱਥੇ ਹਿੱਤ ਦੀ ਕਮਾਂਡ ਥੱਲੇ ਬਣਾਈ ਹੈ ਜੀ। ਹਿੱਤ ਤਾਂ ਬਾਦਲ ਸਾਹਿਬ ਦਾ ਬੜਾ ਪੁਰਾਣਾ ਸਾਥੀ ਹੈ ਜੀ। ਉਹ ਹਿੱਤ ਆ ਵੀ ਜਦੋਂ 1992 ਵਿੱਚ ਬਾਬਰੀ ਮਸਜਿਦ ਢਾਈ ਗਈ ਸੀਗੀ, ਹਿੱਤ ਆਪਣੇ ਬੰਦੇ ਲੈ ਕੇ ਜਿਹੜਾ ਸੀ ਉੱਥੇ ਬਾਬਰੀ ਮਸਜਿਦ ਢਾਉਣ ਵਾਲਿਆਂ ਦੀ ਮਦਦ ਕਰਨ ਗਿਆ ਸੀਗਾ ਜੀ। ਸਰਦਾਰ ਸਿਮਰਨ ਸਿੰਘ ਜੀ ਮਾਨ ਸੀ ਜਿਹੜੇ ਉਹ ਬਚਾਉਣ ਵਾਸਤੇ ਗਏ ਸੀਗੇ। ਜਿਹੜੇ ਬਚਾਉਣ ਵਾਲੇ ਸੀ ਉਹ ਗ੍ਰਿਫਤਾਰ ਕਰ ਲਏ ਗਏ ਜੀ, ਜਿਹੜੇ ਢਾਉਣ ਵਾਲੇ ਸੀ ਉਹ ਜਾਣ ਦਿੱਤੇ ਗਏ ਅਗਲੇ ਪਾਸੇ। ਇਹ ਬੜੇ ਪੁਰਾਣੇ ਸਾਥੀ ਨੇ ਉਹਨਾਂ ਦੇ ਜੀ। ਲੇਕਿਨ 21 ਮੈਂਬਰੀ ਕਮੇਟੀ ਬਣਾਈ ਆ, ਲੇਕਿਨ ਲਗਭਗ ਉੱਥੋਂ ਜਿਹੜਾ ਦਿੱਲੀ ਦੇ ਵਿੱਚੋਂ ਇਹ ਭੋਗ ਪੈ ਚੁੱਕਾ ਵਾ। ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਪਰਮਜੀਤ ਸਿੰਘ ਸਰਨਾ ਤੇ ਬਾਦਲ ਅਕਾਲੀ ਦਲ ਦਾ ਕੋਈ ਸਮਝੌਤਾ ਹੋ ਜਾਵੇ ਜੀ। ਗੱਲਬਾਤ ਅੰਦਰ ਖਾਤੇ ਚੱਲ ਰਹੀ ਇਹਨਾਂ ਦੀ। ਇੱਕੋ ਗੱਲ ਤੇ ਗੱਲ ਅੜੀ ਆ ਵੀ ਇਹ ਬਾਦਲ ਕੇ ਕਹਿੰਦੇ ਵੀ ਤੁਸੀਂ ਆਪਣਾ ਦਲ ਭੰਗ ਕਰਕੇ ਆਪ ਬਾਦਲ ਅਕਾਲੀ ਦਲ ਸ਼ਾਮਲ ਹੋ ਜਾਓ। ਉਹ ਕਹਿੰਦੇ ਨਹੀਂ, ਅਸੀਂ ਆਪਣਾ ਦਲ ਬਣਾਇਆ ਵਾ, ਉਹਨੂੰ ਸਿੰਜਿਆ ਵਾ, ਪ੍ਰਵਾਨ ਚੜਾਇਆ ਵਾ, ਅਲਾਈਅੰਸ ਕਰਾਂਗੇ। ਇਸ ਗੱਲ ਤੇ ਗੱਲ ਅੜੀ ਆ ਜੀ। ਜਦੋਂ ਕਿਤੇ ਜੇ ਅਲਾਈਅੰਸ ਹੋ ਜਾਂਦਾ ਵਾ ਤੇ ਸ਼ਾਇਦ ਉਹਦੇ ਸਿੱਟੇ ਚੰਗੇ ਵੀ ਨਿਕਲਦੇ ਜੀ। ਭੱਟੀ ਸਾਹਿਬ, ਅਗਲੀ ਗੱਲ ਕਰੀਏ, ਬਹਿਬਲ ਮੋਰਚਾ ਜਿਹੜਾ ਚੱਲ ਰਿਹਾ ਵਾ, ਉਹ ਵੀ ਹੁਣ ਨਵੀਂ ਸਰਕਾਰ ਆ, ਫਿਰ ਮੰਗ ਉੱਠੀ ਹੈ ਇਸ ਗੱਲ ਦੀ। ਵਾਕਿਆ ਹੀ ਜਿਹੜੇ ਸਿੱਖ ਨੇ ਉਹ ਇਸ ਚੀਜ਼ ਨੂੰ ਲੈ ਕੇ ਜਿਹੜਾ ਲਗਾਤਾਰ ਮੰਗ ਕਰ ਰਹੇ ਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਵੇ। ਨਵੀਂ ਸਰਕਾਰ ਤੋਂ ਕੋਈ ਆਸ ਦੀ ਕਿਰਨ ਨਜ਼ਰ ਆ ਰਹੀ ਆ ਤੁਹਾਡੇ ਸੂਤਰ, ਜਾਂ ਤੁਸੀਂ ਕਿਵੇਂ ਸੋਚਦੇ ਹੋ, ਜਾਂ ਕੀ ਦੇਖ ਰਹੇ ਹੋ? ਨਵੀਂ ਸਰਕਾਰ ਦਾ ਅਜੇ ਤੱਕ ਇਹਦੇ ਤੇ ਕੋਈ ਬਿਆਨ ਨਹੀਂ ਹੈਗਾ ਵੀ ਇੱਥੇ ਇਨਸਾਫ ਦਿੱਤਾ ਜਾਊਗਾ, ਬੇਇਨਸਾਫੀ ਕੀਤੀ, ਕੋਈ ਬਿਆਨ ਨਹੀਂ ਚੇਗਾ। ਜੇ ਬਿਆਨ ਨਹੀਂਗਾ ਫਿਰ ਤੁਸੀਂ ਆਮ ਸੋਚ ਲਓ ਕਿੰਨੀ ਸੰਸੀਅਰ ਹੈਗੀ ਹੈ ਜੀ। ਬੰਦੀ ਕੈਦੀਆਂ ਨੂੰ ਰਿਹਾਈ ਕਰਨ ਦਾ ਕੋਈ ਇਹਨਾਂ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ, ਉਹਦੇ ਤੇ ਕੋਈ ਬਿਆਨ ਨਹੀਂਗਾ, ਉਹਦੇ ਤੇ ਕੋਈ ਸਿਰਦ ਨਹੀਂ ਗਏ ਜੀ। ਮਤਲਬ ਮੈਂ ਸੋਚਦਾ ਵੀ ਸਿੱਖ ਮਸਲਿਆਂ ਤੋਂ ਇਹ ਕੰਨੀ ਕਤਰਾਉਣਗੇ ਇਹਨਾਂ ਭ੍ਰਿਸ਼ਟਾਚਾਰ ਦੀ ਗੱਲ ਕਰਕੇ। ਕੁਛ ਨੌਕਰੀਆਂ ਕਹੀਆਂ 25,000 ਦੇ ਵਿੱਚੋਂ ਤੇ ਜਿਹੜੇ ਪੁਲਿਸ ਵਾਲੇ 12,000 ਰੱਖਣੇ ਸੀ ਪਹਿਲਾਂ ਜੀ, ਜਿਨ੍ਹਾਂ ਦੇ ਟੈਸਟ ਵੀ ਹੋ ਚੁੱਕੇ ਨੇ, ਸਭ ਹੋ ਚੁੱਕੇ ਨੇ। 10,000 ਜਿਹੜੇ ਰੱਖਣੇ ਸੀ ਤੁਸੀਂ 2,000 ਵਧਾ ਕੇ ਉਹ ਰੱਖ ਲਓ ਜੀ, ਜਿਹੜੇ ਪਹਿਲਾਂ ਆਪਣੀ ਪ੍ਰਕਿਰਿਆ ਪੂਰੀ ਕਰ ਚੁੱਕੇ ਆ ਜੀ। ਪਟਵਾਰੀ ਨੇ, ਪਟਵਾਰੀਆਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਚੇਅਰਮੈਨ ਜਿਹੜਾ ਰਮਨ ਬਹਿਲ ਸੀ ਉਹਦੇ ਵੱਲੋਂ ਜਦੋਂ ਰਿਜ਼ਾਈਨ ਕੀਤਾ ਗਿਆ, ਉਹ ਫਿਰ ਜਿਹੜਾ ਸੀ ਉਹਦੇ ਕਰਕੇ ਉਹ ਕਾਰਵਾਈ ਰੁਕ ਗਈ ਜੀ। ਉਹ ਕਾਰਵਾਈ ਪੂਰੀ ਕਰ ਦਿਓ। 25,000 ਤੇ ਹੋ ਜਾਣੇ ਆ ਹਾਂਜੀ। 36,000 ਉਹ ਅਧਿਆਪਕ ਜਿਹੜੇ ਚੰਨੀ ਨੇ ਕਿ ਅਸੀਂ ਪੱਕੇ ਕਰਤੇ, ਗਵਰਨਰ ਨੇ ਫਾਈਲ ਤੇ ਸਾਈਨ ਨਹੀਂ ਸੀ ਕੀਤੇ। ਬੜਾ ਕੁਛ ਹੈਗਾ ਜੀ, ਸਿਰਫ ਗੱਲਾਂ ਦਾ ਕੜਾ ਬਣਾ ਨਹੀਂ ਕੁਛ ਬਣਨਾ, ਕੁਛ ਕਰਕੇ ਵਿਖਾਉਣਗੇ, ਪਤਾ ਲੱਗੂਗਾ। ਕਿਉਂਕਿ ਇਹ ਵੀ ਮੋਰਚਾ ਜਿਹੜਾ ਹੈ, ਜਿਵੇਂ ਪਿਛਲੀ ਵਾਰ ਕਾਂਗਰਸ ਸਰਕਾਰ ਆਈ ਸੀ ਤਾਂ ਉੱਥੇ ਮੋਰਚਾ ਚੱਲਿਆ ਸੀ ਬੜੀ ਮੁਸ਼ਕਿਲ ਦੇ ਨਾਲ, ਉਹਨਾਂ ਨੇ ਫਿਰ ਉਹਨਾਂ ਨੂੰ ਸਮਝਾ ਕੇ ਕਿਹਾ ਸੀ ਕੋਈ ਨਹੀਂ ਅਸੀਂ ਕਰਦੇ ਹਾਂ, ਫਿਰ ਗੱਲ ਇਦਾਂ ਹੀ ਜਿਹੜੀ ਉਹ ਨਿਕਲ ਗਈ। ਹੁਣ ਵੀ ਦੁਬਾਰਾ ਮੋਰਚਾ ਸ਼ੁਰੂ ਹੋ ਗਿਆ ਸਰਕਾਰ ਵਾਸਤੇ। ਮੋਰਚੇ ਸ਼ੁਰੂ ਤੋਂ ਕਾਫੀ ਦਿਨ ਹੋਇਆ, ਲੇਕਿਨ ਕੱਲ ਦਾ ਮੋਰਚਾ ਜਿਹੜਾ ਸੜਕ ਤੇ ਸਾਈਡ ਤੋਂ ਸੜਕ ਦੇ ਉੱਪਰ ਆ ਗਿਆ ਨਾ, ਉਹ ਪ੍ਰੋਬਲਮ ਕ੍ਰੀਏਟ ਕਰੇਗਾ। ਉਹ ਇਸੇ ਕਰਕੇ ਆ ਗਿਆ ਕਿ ਸਰਕਾਰ ਇਹਦੇ ਉੱਤੇ ਕੋਈ ਬਿਆਨ ਨਹੀਂ ਦੇ ਰਹੀ, ਇਸੇ ਕਰਕੇ ਹੀ ਜ਼ਿਆਦਾ ਜਿਹੜੀ ਆ ਉਹ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਦੇ ਉੱਤੇ ਬਿਆਨ ਦਿੱਤਾ ਜਾਵੇ, ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੀਤੀ ਜਾਵੇ ਅੱਛੇ ਤਰੀਕੇ ਦੇ ਨਾਲ, ਤੇ ਇਨਸਾਫ ਜਿਹੜਾ ਮਿਲ ਸਕੇ। ਭੱਟੀ ਸਾਹਿਬ, ਆਮ ਆਦਮੀ ਪਾਰਟੀ ਦੀ ਜਿਵੇਂ ਅਨਾਊਂਸਮੈਂਟਸ ਤੁਸੀਂ ਗੱਲ ਕੀਤੀ ਆ ਕਿ ਕਰ ਤਾਂ ਰਹੇ ਆ, ਪਰ ਅਜੇ ਸਮਾਂ ਜਿਹੜਾ ਆ ਉਹ ਲੱਗੇਗਾ। ਭਵਿੱਖ ਦੇ ਵਿੱਚ ਕੀ ਨਜ਼ਰ ਆਉਂਦਾ ਆ ਕਿ ਵਾਕਿਆ ਹੀ ਚੰਗੀ ਕਾਰਗੁਜ਼ਾਰੀ ਕਰ ਸਕਣਗੇ ਜਾਂ ਕਿਵੇਂ ਆ? ਕਿਉਂਕਿ ਕੁਝ ਤਾਂ ਇਸ ਤਰ੍ਹਾਂ ਦੇ ਵੀ ਇਹਨਾਂ ਦੇ ਜਿਹੜੇ ਵਿਧਾਇਕ ਨੇ, ਮੰਤਰੀ ਵੀ ਜਿਹੜੇ ਬਣਾਏ ਗਏ ਨੇ, ਉਹ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਨੇ ਕਾਨੂੰਨੀ ਤੌਰ ਦੇ ਉੱਤੇ, ਜਾਂ ਉੱਦਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਪਤਾ ਹੀ ਨਹੀਂ ਹੁੰਦੀਆਂ ਨਵੇਂ ਬੰਦੇ ਨੂੰ। 92 ਦੇ ਵਿੱਚੋਂ 86 ਬੰਦੇ ਇਹਨਾਂ ਦੇ ਪੌੜੀਆਂ ਚੜ੍ਹੇ ਨੇ ਜੀ। ਜੇ 86 ਬੰਦੇ ਨਵੇਂ ਆ ਤੇ ਉਹਨਾਂ ਨੂੰ ਜਾਣਕਾਰੀ ਨਹੀਂ ਵੀ ਵਿਧਾਨ ਸਭਾ 'ਚ ਕਿਵੇਂ ਗੱਲ ਕਰਨੀ, ਕਿਵੇਂ ਬਹਿਣਾ, ਕਿਵੇਂ ਖਲੋਣਾ, ਕਿਵੇਂ ਕੰਮ ਕਰਨਾ ਜੀ। ਲੇਕਿਨ ਜਿਹੜੀ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਆ ਵੀ ਜੇ ਕਿਤੇ ਮੇਰਾ ਵਿਧਾਇਕ ਵੀ ਕਿਤੇ ਵੱਢੀ ਖਾਂਦਾ ਹੋਇਆ ਤੇ ਅਸੀਂ ਉਹਨੂੰ ਬਿਲਕੁਲ ਡਿਸਮਿਸ ਕਰਾਂਗੇ ਜੀ, ਅਸੀਂ ਕੱਢਦੇ ਕਰੂ, ਆਪਣੇ ਨਾਲ ਨਹੀਂ ਰੱਖਾਂਗੇ ਅਸੀਂ। ਚੰਗੀ ਗੱਲ ਜੀ। ਜੇ ਕਿਤੇ ਇਹਨਾਂ ਗੱਲਾਂ 'ਚ ਕੇਜਰੀਵਾਲ ਸਾਹਿਬ ਕਾਮਯਾਬ ਹੋ ਜਾਂਦੇ ਆ, ਭਗਵੰਤ ਮਾਨ ਕਾਮਯਾਬ ਹੋ ਜਾਂਦੇ ਆ ਜੀ, ਤੇ ਸ਼ਾਇਦ ਇਹਦੇ ਸਿੱਟੇ ਚੰਗੇ ਨਿਕਲਣਗੇ ਜੀ। ਲੇਕਿਨ ਅਜੇ ਆਪਾਂ ਹਾਲ ਦੀ ਘੜੀ 2-3 ਦਿਨ ਸਰਕਾਰ ਬਣੀ ਨੂੰ ਹੋਏ ਆ ਜੀ, ਹੁਣ ਕੋਈ ਟਿੱਪਣੀ ਕਰਦੇ ਚੰਗੇ ਨਹੀਂ ਲੱਗਦੇ ਜੀ। ਘੱਟੋ ਘੱਟ 3 ਮਹੀਨੇ ਦਾ ਸਮਾਂ ਲੱਗੂਗਾ ਇਹਨਾਂ ਨੂੰ ਜੀ ਆਪਣੀ ਕਾਰਗੁਜ਼ਾਰੀ ਵਿਖਾਉਣ ਦਾ। 3 ਮਹੀਨਿਆਂ ਬਾਅਦ ਫਿਰ ਆਪਾਂ ਟਿੱਪਣੀ ਕਰਾਂਗੇ ਕੀ ਗਲਤ ਕੀਤਾ ਤੇ ਕਿਸੇ ਕੀਤਾ ਜੀ। ਸੋ ਭੱਟੀ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਕੀਤੀ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਵਾਂਗੇ ਹਾਜ਼ਰ। ਅੱਜ ਦੇ ਲਈ ਇੰਨਾ ਹੀ, ਇੱਥੇ ਹੀ ਆਗਿਆ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।